ਅਕਤੂਬਰ ਦਾ ਦਿਨ ਇਤਿਹਾਸ ਵਿੱਚ ਇੰਨਾ ਮਹੱਤਵ ਰੱਖਦਾ ਹੈ ਕਿ ਜਿੱਥੇ ਅਸੀਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਯਾਦ ਕਰਦੇ ਹਾਂ, ਉੱਥੇ ਹੀ ਮਹਾਤਮਾ ਗਾਂਧੀ ਨੂੰ ਆਪਣਾ ਗੁਰੂ ਮੰਨਣ ਵਾਲੇ 16 ਸਾਲ ਦੀ ਉਮਰ 'ਚ ਹੀ ਆਜ਼ਾਦੀ ਦੀ ਲਹਿਰ ਵਿੱਚ ਨਿਤਰਨ ਵਾਲੇ ਛੋਟੇ ਜਿਹੇ ਕੱਦ ਦੇ ਉੱਚੇ ਸੁੱਚੇ ਵਿਚਾਰਾਂ ਵਾਲੇ ਸਿਧਾਂਤਾਂ ਦੇ ਪੱਕੇ ਸਾਦਗੀ ਦੀ ਮਿਸਾਲ ਇੱਕ ਆਦਰਸ਼ ਪਿਤਾ ਤੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਕਰ ਰਹੇ ਹਾਂ ਯਾਦ, ਕਿਉਂਕਿ 2 ਅਕਤੂਬਰ 1904 ਦਾ ਉਹ ਦਿਨ ਵੀ ਬਹੁਤ ਖਾਸ ਹੈ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਮੁਗਲ ਸਰਾਏ ਉੱਤਰ ਪ੍ਰਦੇਸ਼ ਚ ਮੁਨਸ਼ੀ ਸ਼ਾਰਦਾ ਪ੍ਰਸਾਦ ਸ੍ਰੀਵਾਸਤਵਾ ਦੇ ਘਰ ਵਿੱਚ ਹੋਇਆ। ਪਿਤਾ ਪ੍ਰਾਇਮਰੀ ਸਕੂਲ 'ਚ ਇੱਕ ਅਧਿਆਪਕ, ਇਸ ਲਈ ਸਾਰੇ ਉਹਨਾਂ ਨੂੰ ਮੁਨਸ਼ੀ ਕਹਿ ਕੇ ਬੁਲਾਉਂਦੇ। ਬਾਅਦ ਵਿੱਚ ਭਾਵੇਂ ਉਹ ਕਲਰਕ ਦੇ ਤੌਰ ਤੇ ਮਾਲ ਵਿਭਾਗ ਵਿੱਚ ਕੰਮ ਕਰਨ ਲੱਗ ਪਏ। ਲਾਲ ਬਹਾਦਰ ਦੀ ਮਾਤਾ ਦਾ ਨਾਮ ਰਾਮ ਦੁਲਾਰੀ ਸੀ। ਪਰਿਵਾਰ ਵਿੱਚ ਸਭ ਤੋਂ ਛੋਟੇ ਹੋਣ ਕਰਕੇ ਲਾਲ ਬਹਾਦਰ ਜੀ ਨੂੰ ਪਿਆਰ ਨਾਲ ਸਾਰੇ ਨੰਨੇ ਕਹਿ ਕੇ ਬੁਲਾਉਂਦੇ ਸਨ। ਬਦਕਿਸਮਤੀ ਨਾਲ ਜਦੋਂ ਸ਼ਾਸਤਰੀ ਜੀ 18 ਮਹੀਨਿਆਂ ਦੇ ਹੋਏ ਤਾਂ ਪਿਤਾ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਮਾਂ ਰਾਮ ਦੁਲਾਰੀ ਮਿਰਜ਼ਾਪੁਰ 'ਚ ਆਪਣੇ ਪਿਤਾ ਹਜ਼ਾਰੀ ਲਾਲ ਦੇ ਘਰ ਆ ਗਈ। ਲਾਲ ਜੀ ਨੇ ਮੁੱਢਲੀ ਪੜ੍ਹਾਈ ਨਾਨਕੇ ਪਿੰਡ ਤੋਂ ਹਾਸਲ ਕੀਤੀ। ਅਗਲੀ ਪੜ੍ਹਾਈ ਹਰੀਸ਼ ਚੰਦਰ ਹਾਈ ਸਕੂਲ ਤੇ ਫਿਰ ਕਾਸ਼ੀ ਵਿਦਿਆਪੀਠ ਤੋਂ ਸ਼ਾਸਤਰੀ ਦੀ ਉਪਾਧੀ ਹਾਸਲ ਕਰਨ ਤੋਂ ਬਾਅਦ ਉਹਨਾਂ ਆਪਣੇ ਨਾਂ ਨਾਲੋਂ ਸ੍ਰੀਵਾਸਤਵ ਸ਼ਬਦ ਨੂੰ ਹਮੇਸ਼ਾ ਲਈ ਹਟਾ ਦਿੱਤਾ ਅਤੇ ਸ਼ਾਸਤਰੀ ਨੂੰ ਆਪਣੇ ਨਾਂ ਦੇ ਅੱਗੇ ਲਗਾ ਲਿਆ। ਇਸ ਤੋਂ ਬਾਅਦ ਸ਼ਾਸਤਰੀ ਸ਼ਬਦ ਲਾਲ ਬਹਾਦਰ ਦੇ ਨਾਂ ਦਾ ਸਮਾਨਾਰਥੀ ਬਣ ਗਿਆ। 1928 ਚ ਸ਼ਾਸਤਰੀ ਜੀ ਦਾ ਵਿਆਹ ਮਿਰਜ਼ਾਪੁਰ ਦੇ ਗਣੇਸ਼ ਪ੍ਰਸਾਦ ਦੀ ਧੀ ਲਲਿਤਾ ਨਾਲ ਹੋਇਆ ਸੀ। ਪਰਿਵਾਰ ਵਿੱਚ 6 ਸੰਤਾਨਾਂ ਦੇ ਰੂਪ 'ਚ 2 ਬੇਟੀਆਂ ਕੁਸੁਮ ਤੇ ਸੁਮਨ ਤੇ 4 ਪੁੱਤਰ ਹਰੀ ਕ੍ਰਿਸ਼ਨ, ਅਨਿਲ, ਸੁਨੀਲ ਤੇ ਅਸ਼ੋਕ ਹੋਏ। ਇਹ ਤਾਂ ਹੋ ਗਈ ਪਰਿਵਾਰਕ ਜੀਵਨ ਦੀ ਗੱਲਬਾਤ। ਤੇ ਜੇ ਉਹਨਾਂ ਦੇ ਰਾਜਨੀਤਿਕ ਸਫ਼ਰ ਦੀ ਗੱਲ ਕਰੀਏ ਤਾਂ ਸੰਸਕ੍ਰਿਤ ਭਾਸ਼ਾ ਵਿੱਚ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਉਹ ਭਾਰਤ ਸੇਵਕ ਸੰਘ ਵਿੱਚ ਸ਼ਾਮਿਲ ਹੋ ਗਏ। ਸ਼ਾਸਤਰੀ ਜੀ ਇੱਕ ਸੱਚੇ ਗਾਂਧੀਵਾਦੀ ਸਨ ਜਿਨ੍ਹਾਂ ਆਪਣਾ ਸਾਰਾ ਜੀਵਨ ਸਾਦਗੀ ਵਿੱਚ ਬਿਤਾਇਆ। ਉਹ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸਾਰੇ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਅੰਦੋਲਨਾਂ ਵਿੱਚ ਸਰਗਰਮੀ ਨਾਲ ਸ਼ਾਮਿਲ ਹੁੰਦੇ ਰਹੇ, ਜਿਸ ਕਰਕੇ ਕਈ ਵਾਰ ਜੇਲ੍ਹਾਂ ਵੀ ਕੱਟਣੀਆਂ ਪਈਆਂ। 1921 ਦਾ ਅਸਹਿਯੋਗ ਅੰਦੋਲਨ, 1930 ਦਾ ਡਾਂਡੀ ਮਾਰਚ ਤੇ 1942 ਦਾ ਭਾਰਤ ਛੱਡੋ ਅੰਦੋਲਨ ਵਿੱਚ ਅਹਿਮ ਯੋਗਦਾਨ ਪਾਇਆ। ਸ਼ਾਸਤਰੀ ਜੀ ਨੂੰ ਰਾਜਨੀਤਿਕ ਅਗਵਾਈ ਦੇਣ ਵਾਲਿਆਂ 'ਚ ਜਵਾਹਰ ਲਾਲ ਨਹਿਰੂ ਤੋਂ ਇਲਾਵਾ ਪੁਰਸ਼ੋਤਮ ਦਾਸ ਟੰਡਨ ਅਤੇ ਪੰਡਿਤ ਗੋਬਿੰਦ ਬੱਲਭ ਪੰਤ ਸ਼ਾਮਿਲ ਸਨ। ਨਹਿਰੂ ਜੀ ਨਾਲ ਉਹਨਾਂ ਦੀ ਨੇੜਤਾ ਇਲਾਹਾਬਾਦ ਵਿੱਚ ਰਹਿੰਦਿਆਂ ਵਧਦੀ ਗਈ। ਇਸ ਤੋਂ ਬਾਅਦ ਸ਼ਾਸਤਰੀ ਜੀ ਦਾ ਰਾਜਨੀਤਿਕ ਕੱਦ ਲਗਾਤਾਰ ਵੱਧਦਾ ਗਿਆ ਤੇ ਉਹ ਨਹਿਰੂ ਦੇ ਮੰਤਰੀ ਮੰਡਲ ਵਿੱਚ ਗ੍ਰਹਿ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਅਤੇ ਸਿਰਫ ਇਹੀ ਨਹੀਂ, ਨਹਿਰੂ ਜੀ ਦੀ ਮੌਤ ਤੋਂ ਬਾਅਦ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਭਾਵੇਂ ਇਹ ਸੌਦੇ ਤੇ ਉਹਨਾਂ ਸਿਰਫ 18 ਮਹੀਨੇ ਹੀ ਬਿਤਾਏ, ਪਰ ਉਸ ਦੌਰਾਨ ਉਹਨਾਂ ਵੱਲੋਂ ਕੀਤੇ ਹੋਏ ਕੰਮਾਂ ਨੂੰ ਬੜੇ ਮਾਣ ਨਾਲ ਯਾਦ ਕੀਤਾ ਜਾਂਦਾ ਹੈ, ਕਿਉਂਕਿ ਲਾਲ ਬਹਾਦਰ ਸ਼ਾਸਤਰੀ ਜੀ ਨੇ 1964 ਵਿੱਚ ਜਦੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ, ਉਸ ਸਮੇਂ ਦੇਸ਼ ਦੇ ਹਾਲਾਤ ਇੰਨੇ ਚੰਗੇ ਨਹੀਂ ਸਨ। ਪੂੰਜੀਪਤੀ ਦੇਸ਼ ਉੱਤੇ ਹਾਵੀ ਹੋਣਾ ਲੋਚਦੇ ਸਨ ਤੇ ਦੂਜੇ ਪਾਸੇ ਦੁਸ਼ਮਣ ਦੇਸ਼ ਸਾਡੇ ਉੱਤੇ ਹਮਲਾ ਕਰਨ ਦੀ ਤਾਕ ਵਿੱਚ ਸਨ। ਤੇ ਫਿਰ ਅਚਾਨਕ 1965 ਵਿੱਚ ਪਾਕਿਸਤਾਨ ਨੇ ਭਾਰਤ ਉੱਤੇ ਹਵਾਈ ਹਮਲੇ ਕੀਤੇ ਤਾਂ ਸ਼ਾਸਤਰੀ ਜੀ ਨੇ ਹੰਗਾਮੀ ਬੈਠਕ ਦੌਰਾਨ ਤੁਰੰਤ ਇੱਕੋ ਵਾਕ ਵਿੱਚ ਜਵਾਬ ਦਿੱਤਾ, ਤੁਸੀਂ ਦੇਸ਼ ਦੀ ਰੱਖਿਆ ਕਰੋ ਤੇ ਮੈਨੂੰ ਦੱਸੋ ਕਿ ਸਾਨੂੰ ਕੀ ਕਰਨਾ ਪੈਣਾ ਹੈ। ਉਸ ਸਮੇਂ ਦੌਰਾਨ ਇੱਕ ਯੁੱਧ ਤੇ ਦੂਜੇ ਪਾਸੇ ਭੁੱਖ ਨੇ ਹਾਲਾਤ ਮੁਸ਼ਕਿਲ ਬਣਾ ਦਿੱਤੇ, ਪਰ ਸ਼ਾਸਤਰੀ ਜੀ ਨੇ ਦੇਸ਼ ਵਾਸੀਆਂ ਨੂੰ ਇੱਕ ਦਿਨ ਦਾ ਵਰਤ ਰੱਖਣ ਦੀ ਸਲਾਹ ਦਿੱਤੀ ਤੇ ਫਿਰ ਪੂਰੇ ਦੇਸ਼ ਨੇ ਉਹਨਾਂ ਦੇ ਸੰਕਲਪ ਨੂੰ ਪੂਰਾ ਕਰਕੇ ਉਹਨਾਂ ਦਾ ਮਾਣ ਵਧਾ ਦਿੱਤਾ। ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇ ਕੇ ਦੇਸ਼ ਦੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਦਾ ਸੱਦਾ ਦਿੱਤਾ। ਉੱਥੇ ਦੇਸ਼ ਦੇ ਫੌਜੀ ਜਵਾਨਾਂ ਨੂੰ ਦੇਸ਼ ਦੀ ਰਾਖੀ ਕਰਨ ਲਈ ਪ੍ਰੇਰਿਆ। ਜਨਵਰੀ 1966 ਵਿੱਚ ਰੂਸ ਤੇ ਅਮਰੀਕਾ ਦੇ ਕਹਿਣ ਤੇ ਸ਼ਾਸਤਰੀ ਜੀ ਤਾਸ਼ਕੰਦ ਗਏ, ਜਿੱਥੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਾਸ਼ਕੰਦ ਸਮਝੌਤਾ ਸਿਰੇ ਚੜ੍ਹਿਆ। ਇਸ ਸਮਝੌਤੇ ਮੁਤਾਬਿਕ ਭਾਰਤ ਨੂੰ ਹਾਜੀ ਪੀਰ ਅਤੇ ਤਤਵਾਲ ਦੇ ਇਲਾਕੇ ਵਾਪਸ ਕਰਨ ਲਈ ਮਜਬੂਰ ਕੀਤਾ ਗਿਆ। ਯੁੱਧ ਨੂੰ ਰੋਕ ਦਿੱਤਾ ਗਿਆ। ਤਾਸ਼ਕੰਦ ਸਮਝੌਤੇ ਤੋਂ ਬਾਅਦ ਰਾਤ ਨੂੰ ਅਚਾਨਕ ਹੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਦੇਹਾਂਤ ਹੋ ਗਿਆ।
ਭਾਵੇਂ ਕਿ ਉਹਨਾਂ ਦੇ ਦੇਹਾਂਤ ਨੂੰ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ, ਪਰ ਸੱਚਾਈ ਕੁਝ ਹੋਰ ਹੀ ਬਿਆਨ ਕਰਦੀ ਹੈ। ਇਸ ਦਾ ਰਹੱਸ ਹਾਲੇ ਤੱਕ ਬਰਕਰਾਰ ਹੈ। ਸਾਦਗੀ ਦੀ ਮਿਸਾਲ ਲਾਲ ਬਹਾਦਰ ਸ਼ਾਸਤਰੀ ਜੀ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਅੱਜ ਦੇ ਰਾਜਨੇਤਾਵਾਂ ਲਈ ਰਾਹ ਦਸੇਰਾ ਬਣ ਸਕਦੀਆਂ ਨੇ। ਉਹਨਾਂ ਵਿੱਚੋਂ ਇੱਕ ਘਟਨਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰੀਏ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਹੁੰਦੇ ਹੋਏ ਨਾ ਤਾਂ ਆਪਣਾ ਮਕਾਨ, ਨਾ ਕੋਈ ਵਾਹਨ ਤੇ ਨਾ ਕੋਈ ਹੋਰ ਜਾਇਦਾਦ। ਇੱਕ ਬੱਚਿਆਂ ਦੇ ਕਹਿਣ ਤੇ 12,000 ਰੁਪਏ ਦੀ ਕਾਰ ਖਰੀਦੀ ਤੇ ਉਸ ਵਿੱਚੋਂ ਵੀ 5,000 ਰੁਪਏ ਘੱਟ ਪੈਣ ਤੇ PNB ਬੈਂਕ ਕੋਲੋਂ ਕਰਜ਼ਾ ਲਿਆ ਗਿਆ, ਜੋ ਉਹਨਾਂ ਦੀ ਮੌਤ ਤੋਂ ਬਾਅਦ ਸਰਕਾਰ ਵੱਲੋਂ ਅਦਾ ਕਰਨ ਦੀ ਪੇਸ਼ਕਸ਼ ਨੂੰ ਪਰਿਵਾਰ ਨੇ ਠੁਕਰਾ ਦਿੱਤਾ ਤੇ ਉਸ ਦੀਆਂ ਰਹਿੰਦੀਆਂ ਕਿਸ਼ਤਾਂ ਪਰਿਵਾਰ ਵੱਲੋਂ ਹੀ ਚੁਕਾਈਆਂ ਗਈਆਂ। ਇਹ ਹੈ ਸੱਚੇ ਦੇਸ਼ ਸੇਵਕ ਦੀ ਮਿਸਾਲ। ਇਸੇ ਕਰਕੇ ਪੰਜਾਬੀ ਨੈਸ਼ਨਲ TV ਦੀ ਪੂਰੀ ਟੀਮ ਉਹਨਾਂ ਨੂੰ ਕਰਦੀ ਹੈ ਦਿਲੋਂ ਸਲਾਮ।